ਕਿਸੇ ਮੈਗਜ਼ੀਨ ਵਿੱਚ ਉਸ ਦੀ ਐਡਵਰਟਾਈਜ਼ਮੈਂਟ ਪੜ੍ਹ ਕੇ ਮੈਂ ਉਸ ਤੋਂ ਅਪਾਇੰਟਮੈਂਟ ਲੈ ਲਈ। ਨਿਸ਼ਚਿਤ ਸਮੇਂ ਮੁਤਾਬਕ ਸ਼ਾਮ ਨੂੰ ਮੈਂ ਉਸ ਦੇ ਘਰ ਪਹੁੰਚ ਗਈ। ਉਸਨੇ ਬੂਹਾ ਖੋਲ੍ਹਿਆ ਤੇ ਬਣਾਵਟੀ ਜਿਹੀ ਮੁਸਕਾਨ ਮੇਰੇ ਵੱਲ ਸੁੱਟੀ। ਉਸ ਦੇ ਮੁਸਕਰਾਉਣ ਦੇ ਢੰਗ ਤੋਂ ਮੈਂ ਅੰਦਾਜ਼ਾ ਲਗਾ ਸਕੀ ਕਿ ਉਹ ਮੈਨੂੰ ਦੇਖ ਕੇ ਖੁਸ਼ ਹੋਈ ਹੈ ਜਾਂ ਨਾਰਾਜ਼। ਹੌਲੀ-ਹੌਲੀ ਕਦਮ ਰੱਖਦੀ ਹੋਈ ਮੈਂ ਉਸ ਦੀ ਸਿਟਿੰਗ ਰੂਮ ਵਿੱਚ ਚਲੀ ਗਈ। ਬਹੁਤ ਹੀ ਸਲੀਕੇ ਨਾਲ ਸਜਾਇਆ ਹੋਇਆ ਕਮਰਾ ਸੀ। ਕੰਧ 'ਤੇ 2 ਵੱਡੀਆਂ-ਵੱਡੀਆਂ ਪੇਂਟਿੰਗਸ ਟੰਗੀਆਂ ਹੋਈਆਂ। ਗੂੜੇ ਭੂਰੇ ਰੰਗ ਦਾ ਫਰਨੀਚਰ, ਉਸੇ ਰੰਗ ਦਾ ਵਾਲਪੇਪਰ, ਟੀਵੀ, ਵੀਡੀਓ ਤੇ ਹੋਰ ਪੂਰਾ-ਪਰਾ। ਰੂਮ ਕਿਸੇ ਰਹਾਇਸ਼ ਦਾ ਡਰਾਇੰਗ ਰੂਮ ਜਾਪਦਾ ਸੀ। ਕਾਲੇ ਰੰਗ ਦਾ ਸੂਟ, ਵਾਲ ਘੁੰਘਰਾਲੇ ਕੀਤੇ ਹੋਏ, ਬਣਾਵਟੀ ਗਹਿਣਿਆਂ ਨਾਲ ਕੀਤਾ ਹਾਰ ਸ਼ਿੰਗਾਰ ਤੇ ਜ਼ਰੂਰਤ ਤੋਂ ਜ਼ਿਆਦਾ ਕੀਤਾ ਹੋਇਆ ਮੇਕਅਪ। ਉਹ ਕੋਈ ਪੇਂਟਿੰਗ ਹੀ ਲੱਗ ਰਹੀ ਸੀ ਜਿਸ ਨੂੰ ਚਿੱਤਰਕਾਰ ਨੇ ਹਰ ਢੰਗ ਵਰਤ ਕੇ ਸਜਾਇਆ ਹੋਵੇ। ਦੱਸੋ ਤੁਹਾਡੀ ਕੀ ਖਿਦਮਤ ਕਰਾਂ? ਉਹ ਮੇਰੇ ਸਾਹਮਣੇ ਕੁਰਸੀ ਤੇ ਬੈਠਦੀ ਹੋਈ ਬੋਲੀ। ਮੈਂ ਤੁਹਾਨੂੰ ਦੱਸਿਆ ਸੀ ਟੈਲੀਫੋਨ ਤੇ, ਤੁਸੀਂ ਕਿਹਾ ਸੀ ਘਰ ਆ ਜਾਣਾ। ਮੈਂ ਹੌਲੀ-ਹੌਲੀ ਲਫ਼ਜ਼ ਇਕੱਠੇ ਕੀਤੇ। ਹਾਂ, ਮੈਂ ਪਹਿਲਾਂ ਸੋਚਿਆ ਸੀ ਕਿਤੇ ਤੂੰ ਲੈਸ ਪਰ ਫਿਰ ਪਤਾ ਲੱਗਿਆ ਕਿ ਨਹੀਂ, ਮੁਲਾਕਾਤ ਦਾ ਮਕਸਦ ਕੋਈ ਹੋਰ ਹੈ। ਨਾਲੇ ਮੈਨੂੰ ਤੁਸੀਂ ਕਰਕੇ ਨਾ ਬੁਲਾ, ਤੂੰ ਕਹੇਂਗੀ ਤਾਂ ਜ਼ਿਆਦਾ ਕਰੀਬ ਲੱਗਣਾ ਹੈ। ਉਸਨੇ ਪੈਰ ਕੁਰਸੀ ਦੇ ਉੱਪਰ ਇਕੱਠੇ ਕਰ ਲਏ। ਜੀ ਹਾਂ, ਮੇਰੀ ਕਿਤਾਬ ਛਪ ਰਹੀ ਹੈ ਜਿਸ ਵਿੱਚ ਮੈਂ ਤੇਰੀ ਕਹਾਣੀ ਦੇਣਾ ਚਾਹੁੰਦੀ ਹਾਂ। ਮੈਂ ਉਸ ਨੂੰ ਦੂਜੀ ਵਾਰ ਆਪਣਾ ਮਕਸਦ ਦੱਸਿਆ। ਮੇਰੀ ਕਹਾਣੀ ਕਿਤਾਬ ਵਿੱਚ? ਕੋਈ ਨਵਾਂ ਮਜ਼ਮੂਨ ਤਾਂ ਨਹੀਂ? ਮੈਂ ਦੁਨੀਆ ਦੀ ਤਾਰੀਖ ਵੇਸਵਾਵਾਂ ਦੇ ਫਸਾਨਿਆਂ ਨਾਲ ਭਰੀ ਪਈ ਹੈ। ਫਿਰ ਤੂੰ ਇਹੀ ਮਜ਼ਮੂਨ ਕਿਉਂ ਚੁਣਿਆ? ਉਸਨੇ ਵਕੀਲਾਂ ਵਾਂਗ ਜਿਰਾਹ ਕੀਤਾ। ਮੈਂ ਦਾ ਨਹੀਂ ਬਲਕਿ ਇੱਕ ਔਰਤ ਦੀ ਕਹਾਣੀ ਲਿਖਣਾ ਚਾਹੁੰਦੀ ਹਾਂ, ਅਤੇ ਔਰਤ ਸਭ ਕੁਝ ਹੈ। ਮਾਂ, ਬੇਟੀ, ਭੈਣ, ਬੀਵੀ, ਮਸ਼ੂਕ, ਦੇਵੀ, ਅਤੇ ਸਭ ਤੋਂ ਘਟੀਆ ਕਰੈਕਟਰ ਹੈ ਔਰਤ ਦਾ ਜੋ ਤੂੰ ਕਹਾਣੀ ਲਈ ਚੁਣਿਆ ਏ। ਇਸ ਕਹਾਣੀ ਤੋਂ ਬਗੈਰ ਕੀ ਤੇਰੀ ਕਿਤਾਬ ਪੂਰੀ ਨਹੀਂ ਹੁੰਦੀ? ਕੀ ਲਿਖੇਂਗੀ? ਇਹੀ ਨਾ ਕਿ ਮੈਂ ਕੀ ਕਰਦੀ ਹਾਂ, ਮੇਰੇ ਗਾਹਕ ਕੌਣ-ਕੌਣ ਨੇ, ਮੈਂ ਕੋਠੇ ਤੇ ਕਿੱਦਾਂ ਪਹੁੰਚੀ ਤੇ ਕਿਵੇਂ ਮੈਂ ਲੋਕਾਂ ਨੂੰ ਲੁੱਟਣੀ ਆ। ਕੀ ਨਵੀਂ ਗੱਲ ਹੈ? ਕੋਈ ਹੋਰ ਕਹਾਣੀ ਲੱਭ। ਉਹ ਅਚਾਨਕ ਗਰਮ ਹੋ ਗਈ। ਹਿੰਦੂ ਧਰਮ ਦੇ ਮੁਤਾਬਕ ਜਦੋਂ ਕਾਲੀ ਮਾਤਾ ਦੀ ਮੂਰਤ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਵਿਧਵਾ ਦੇ ਕੋਠੇ ਦੀ ਦਹਿਲੇ ਦੀ ਮਿੱਟੀ ਵੀ ਵਰਤੀ ਜਾਂਦੀ ਹੈ, ਵਰਨਾ ਉਹ ਮੂਰਤ ਸੰਪੂਰਨ ਨਹੀਂ ਹੁੰਦੀ। ਹੋਰ ਵੀ ਕਹਾਣੀਆਂ ਨੇ ਮੇਰੀ ਕਿਤਾਬ ਵਿੱਚ, ਸਭ ਔਰਤਾਂ ਬਾਰੇ ਹੀ ਨੇ, ਪਰ ਤੇਰੇ ਬਗੈਰ ਮੇਰੀ ਕਿਤਾਬ ਸੰਪੂਰਨ ਨਹੀਂ ਹੋਣੀ, ਲੰਗੜੀ ਜਿਹੀ ਰਹੇਗੀ। ਮੈਂ ਤਰਕ ਰੱਖਿਆ। ਮੈਂ ਦੇਖਿਆ ਮੇਰੀ ਗੱਲ ਸੁਣ ਕੇ ਉਸਨੇ ਅੱਖਾਂ ਝੁਕਾ ਲਈਆਂ। ਉਸਦੇ ਚਿਹਰੇ ਤੇ ਜੋ ਚਿੜਚਿੜਾਪਣ ਸੀ ਉਹ ਗਾਇਬ ਹੋ ਗਿਆ। ਉਸਨੇ ਇੱਕ ਹੌਕਾ ਜਿਹਾ ਲਿਆ ਤੇ ਕਿਹਾ, ਕੁਝ ਖਾਣ ਪੀਣ ਦਾ ਸ਼ੌਂਕ ਰੱਖਦੀ ਏਂ? ਉਸਨੇ ਮੇਜ਼ ਤੋਂ ਬਿਸਕੁਟਾਂ ਦੀ ਡੱਬੀ ਚੁੱਕੀ। ਮੈਂ ਕਿਹਾ, ਨੋ ਥੈਂਕਸ। ਮੈਂ ਸਿਰ ਹਿਲਾਇਆ। ਫਿਰ ਬਾਹਾਂ ਖੋਲ ਕੇ ਪੂਰੇ ਜ਼ੋਰ ਨਾਲ ਅੰਗੜਾਈ ਲਈ ਉਸਨੇ। ਕਿੱਥੋਂ ਸ਼ੁਰੂ ਕਰਾਂ? ਉਸਨੇ ਅਚਾਨਕ ਪੁੱਛਿਆ। ਜਿੱਥੋਂ ਤੱਕ ਯਾਦ ਤੇਰਾ ਸਾਥ ਦਿੰਨੀ ਆ। ਮੈਂ ਜਵਾਬ ਦਿੱਤਾ। ਉਸਨੇ ਲੰਮਾ ਹੁੰਗਾਰਾ ਭਰਿਆ। ਮੈਂ ਪਾਕਿਸਤਾਨ ਵਿੱਚ ਪੈਦਾ ਹੋਈ ਸੀ। ਮੇਰੀ ਮਾਂ ਨਸੀਬ ਬਾਨੋ ਇਲਾਕੇ ਦੀ ਮਕਬੂਲ ਗਾਇਕਾ ਸੀ। ਉਹ ਲਖਨਵਾਲ ਵਰਗੇ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਲੋਕਾਂ ਦੇ ਵਿਆਹ ਸ਼ਾਦੀਆਂ ਤੇ ਮੁਜ਼ਰੇ ਕਰਦੀ ਹੁੰਦੀ ਸੀ। ਮੇਰਾ ਬਾਪ ਇੱਕੋ ਵੇਲੇ 3 ਬੀਵੀਆਂ ਰੱਖਦਾ ਸੀ। ਖਾਨਦਾਨੀ ਕੰਜਰ ਸੀ ਉਹ। ਮੇਰੀ ਮਾਂ ਨੂੰ ਇਸ਼ਕ ਦੇ ਚੱਕਰ ਵਿੱਚ ਫਸਾ ਕੇ ਘਰੋਂ ਭਜਾ ਲਿਆਇਆ ਤੇ ਫਿਰ ਉਸ ਨੂੰ ਪੁੱਠੇ ਰਾਹ ਪਾ ਦਿੱਤਾ। ਉਹ ਅਕਸਰ ਉਸ ਨੂੰ ਕੰਜਰੀ ਕਹਿ ਕੇ ਮੁਖਾਤਿਬ ਹੁੰਦਾ। ਸ਼ਰਾਬ ਪੀ ਕੇ ਅੰਮੀ ਨੂੰ ਮਾਰਦਾ ਕੁੱਟਦਾ ਤੇ ਪੈਸੇ ਖੋ ਕੇ ਲੈ ਜਾਂਦਾ। ਪਰ ਅੰਮੀ ਨੇ ਇਸ਼ਕ ਕੀਤਾ ਸੀ ਤੇ ਬਸ ਇਸ਼ਕ ਹੀ ਕੀਤਾ ਸੀ। ਉਹ ਉਸ ਦੀ ਮਾਰ ਕੁੱਟ ਖਾਂਦੀ ਪਰ ਉਸ ਦੇ ਪੈਰ ਨਾ ਛੱਡਦੀ। ਆਖਦੀ, ਤੇਰੇ ਕਦਮਾਂ ਵਿੱਚ ਹੀ ਜਾਨ ਦੇ ਦੇਣੀ ਏ, ਪਰ ਤੇਰੇ ਤੋਂ ਜੁਦਾ ਨਹੀਂ ਹੋਣਾ। ਉਹਨਾਂ ਦਾ ਇਹ ਡਰਾਮਾ ਮੈਂ ਅਕਸਰ ਦੇਖਦੀ। ਮੇਰੀ ਮਾਂ ਨੇ ਮੇਰੀ ਤਾਲੀਮ ਦਾ ਇੰਤਜ਼ਾਮ ਲਾਹੌਰ ਵਿੱਚ ਕਰ ਰੱਖਿਆ ਸੀ। ਮੈਂ ਹੋਸਟਲ ਵਿੱਚ ਰਹਿੰਦੀ ਸੀ ਤੇ ਮਾਂ ਮੈਨੂੰ ਘਰ ਘੱਟ ਹੀ ਬੁਲਾਉਂਦੀ ਸੀ। ਬੜੀ ਸ਼ੌਹਤਾਤ ਸੀ ਉਹ ਮੇਰੇ ਮੁਤਲਕ। ਸ਼ਾਇਦ ਉਸ ਨੂੰ ਡਰ ਸੀ ਕਿਤੇ ਉਸ ਦੀ ਜ਼ਿੰਦਗੀ ਦੇ ਸਾਏ ਮੇਰੀ ਜ਼ਿੰਦਗੀ ਤੇ ਨਾ ਪੈ ਜਾਣ। ਉਹ ਮੇਰੀ ਸ਼ਾਦੀ ਹੋਈ ਦੇਖਣਾ ਚਾਹੁੰਦੀ ਸੀ। ਮੇਰਾ ਘਰ ਵਸਿਆ ਦੇਖਣਾ ਚਾਹੁੰਦੀ ਸੀ, ਜਿਵੇਂ ਹਰ ਮਾਂ ਚਾਹੁੰਦੀ ਏ। ਤੂੰ ਬੋਰ ਤਾਂ ਨਹੀਂ ਹੋ ਰਹੀ? ਉਹ ਅਚਾਨਕ ਰੁਕੀ। ਨਹੀਂ, ਮੈਂ ਜਵਾਬ ਦਿੱਤਾ। ਮੈਂ ਵੇਖਿਆ ਕਿ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਸੀ। ਜੇ ਤੂੰ ਬੁਰਾ ਨਾ ਮਨਾਵੇਂ ਤਾਂ ਮੈਂ ਥੋੜੀ ਜਿਹੀ ਵਾਈਨ ਲੈ ਲਵਾਂ? ਉਸਨੇ ਜਿਵੇਂ ਇਜਾਜ਼ਤ ਮੰਗੀ। ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਹਲਕਾ ਜਿਹਾ ਮੁਸਕਰਾਈ। ਉਹ ਉੱਠੀ ਤੇ ਵਾਈਨ ਦੀ ਪੂਰੀ ਬੋਤਲ ਤੇ ਗਿਲਾਸ ਲੈ ਕੇ ਆ ਗਈ। ਉਸਨੇ ਗਿਲਾਸ ਵਾਈਨ ਨਾਲ ਭਰਿਆ ਤੇ 3-4 ਘੁੱਟ ਇਕੱਠੇ ਹੀ ਭਰ ਗਈ। ਦਰਅਸਲ ਜੇ ਮੈਂ ਪੀਵਾਂ ਨਾ ਤਾਂ ਜ਼ਿਆਦਾ ਗੱਲ ਨਹੀਂ ਕਰ ਸਕਦੀ, ਬਹੁਤ ਛੇਤੀ ਥੱਕ ਜਾਨੀ ਆ। ਨਾਲੇ ਤੂੰ ਤਾਂ ਪੂਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਮੰਗ ਰਹੀ ਏ। ਹਾਂ ਸੱਚ, ਤੇਰਾ ਨਾਮ ਕੀ ਏ? ਉਸ ਨੂੰ ਖਿਆਲ ਆਇਆ ਕਿ ਉਸਨੇ ਇੱਕ ਵਾਰੀ ਵੀ ਮੇਰਾ ਨਾਮ ਨਹੀਂ ਪੁੱਛਿਆ ਸੀ।
ਪੂਜਾ, ਮੈਂ ਕਿਹਾ। ਮਤਲਬ ਇਬਾਦਤ। ਅਸਲੀ ਹੈ ਕਿ ਨਕਲੀ? ਉਹ ਹੱਸੀ। ਅਸਲੀ ਹੀ ਹੈ। ਮੈਂ ਹਾਂ ਵਿੱਚ ਸਿਰ ਹਿਲਾਇਆ। ਹਰ ਮਾਂ ਆਪਣੀ ਬੇਟੀ ਦਾ ਨਾਮ ਅਜਿਹਾ ਹੀ ਰੱਖਦੀ ਏ, ਮਸਲਨ ਪੂਜਾ, ਇਬਾਦਤ, ਖੁਸ਼ਬੂ, ਪਾਕੀਜ਼ਾ। ਪਰ ਜ਼ਮਾਨਾ ਉਹਨਾਂ ਦੇ ਨਾਮ ਬਦਲ ਕੇ ਹੋਰ ਦਾ ਹੋਰ ਹੀ ਬਣਾ ਦਿੰਦਾ ਏ। ਉਸਨੇ ਸ਼ਿਕਵਾ ਜਿਹਾ ਕੀਤਾ। ਤੇਰਾ ਕੀ ਨਾਮ ਹੈ? ਮੈਂ ਪੁੱਛਿਆ। ਮੇਰੀ ਮਾਂ ਨੇ ਮੇਰਾ ਨਾਮ ਤੈਯਬਾ ਰੱਖਿਆ ਸੀ, ਪਰ ਪਤਾ ਨਹੀਂ ਕਿੰਨੇ ਨਵੇਂ ਪੁਰਾਣੇ ਨਾਮ ਮੈਨੂੰ ਮਿਲਦੇ ਰਹੇ। ਮੈਂ ਕੱਪੜਿਆਂ ਵਾਂਗ ਨਾਮ ਬਦਲਦੀ ਰਹੀ। ਉਸਨੇ ਗਿਲਾਸ ਫਿਰ ਮੂੰਹ ਨਾਲ ਲਗਾਇਆ। ਇਹ ਸ਼ਰਾਬ ਪੀਣੀ ਕਦੋਂ ਤੋਂ ਸ਼ੁਰੂ ਕੀਤੀ ਏ? ਮੈਂ ਬੋਤਲ ਵੱਲ ਇਸ਼ਾਰਾ ਕੀਤਾ। ਪੂਜਾ, ਇਹ ਤੋਹਫੇ ਨੇ ਮੇਰੇ ਚਾਹੁਣ ਵਾਲਿਆਂ ਦੇ। ਕੋਈ ਕੁਝ ਦੇ ਜਾਂਦਾ ਏ ਤੇ ਕੋਈ ਕੁਝ। ਮੇਰਾ ਨਾਮ ਤਾਇਬਾ ਰੱਖਿਆ ਸੀ ਮੇਰੀ ਮਾਂ ਨੇ, ਮਤਲਬ ਜਿਸ ਨੂੰ ਕਿਸੇ ਨੇ ਕਦੇ ਛੂਹਿਆ ਨਾ ਹੋਏ। ਤੈਯਬਾ ਆਖ ਕੇ ਉਹ ਹੱਸ ਪਈ। ਹਾਂ, ਤੇਰੀ ਮਾਂ ਤੇਰਾ ਵਿਆਹ ਕਰਨਾ ਚਾਹੁੰਦੀ ਸੀ। ਮੈਂ ਗੱਲ ਪਿੱਛੇ ਵੱਲ ਨੂੰ ਮੋੜੀ। ਮੇਰੀ ਮਾਂ ਨੂੰ ਡਰ ਸੀ ਕਿਤੇ ਮੈਂ ਉਸੇ ਰਾਹ ਤੇ ਨਾ ਚੱਲ ਪਵਾਂ ਜੋ ਕੋਠੇ ਵੱਲ ਨੂੰ ਜਾਂਦਾ ਏ। ਉਹ ਮੇਰੇ ਲਈ ਕੋਠੀਆਂ ਦੇ ਖਾਬ ਦੇਖਦੀ ਰਹੀ, ਪਰ ਮੇਰੇ ਮੁਕੱਦਰ ਵਿੱਚ ਕੋਠਾ ਹੀ ਲਿਖਿਆ ਸੀ। ਮੇਰੇ ਤੇ ਹਰ ਦਮ ਪਹਿਰਾ ਸੀ। ਮੈਂ ਕਿਤੇ ਇਕੱਲੀ ਆ ਜਾ ਨਹੀਂ ਸਕਦੀ ਸੀ, ਪਰ ਕਹਿੰਦੇ ਨੇ ਨਾ, ਜੋ ਕੁਦਰਤ ਨੂੰ ਮਨਜ਼ੂਰ ਹੋਵੇ ਹੋ ਕੇ ਹੀ ਰਹਿੰਦਾ ਏ। ਮੈਂ ਹੋਸਟਲ ਵਿੱਚ ਰਹਿੰਦੀ ਸੀ। ਇੱਕ ਦਿਨ ਅਸੀਂ ਸਭ ਲੜਕੀਆਂ ਸ਼ਾਪਿੰਗ ਕਰਨ ਗਈਆਂ ਤਾਂ ਸਲੀਮ ਅਚਾਨਕ ਮੇਰੇ ਨਾਲ ਆ ਟਕਰਾਇਆ। ਖੂਬਸੂਰਤ ਨੌਜਵਾਨ। ਮੈਨੂੰ ਇਹ ਗੱਲ ਹਾਦਸਨ ਹੋਈ ਲੱਗੀ। ਮੈਂ ਦੇਖਿਆ ਕਿ ਉਹ ਸਾਡਾ ਪਿੱਛਾ ਕਰ ਰਿਹਾ ਸੀ। ਫਿਰ ਦੂਜੇ ਦਿਨ ਉਸਨੇ ਗੇਟਕੀਪਰ ਦੇ ਹੱਥ ਮੈਨੂੰ ਖੱਤ ਲਿਖ ਕੇ ਭੇਜਿਆ। 34 ਕਾ ਚਾਂਦ ਹੋ। ਖੱਤ ਪੜ੍ਹ ਕੇ ਸਾਰੀ ਰਾਤ ਮੇਰਾ ਦਿਲ ਧੜਕਦਾ ਰਿਹਾ। ਮੈਂ ਤਾਂ ਕਾਲੇ ਰੰਗ ਦੀ ਆਮ ਜਿਹੀ ਲੜਕੀ ਸੀ। ਕਿਸੇ ਖੂਬਸੂਰਤ ਨੌਜਵਾਨ ਦੇ ਮੂੰਹੋਂ 14ਵੀਂ ਕਾ ਚਾਂਦ ਸੁਣ ਕੇ ਜਿਵੇਂ ਸਿਤਾਰਿਆਂ ਵਿੱਚ ਪਹੁੰਚ ਗਈ। ਇੱਕ ਦਿਨ ਜਦੋਂ ਉਹ ਭਰੀ ਸਰਦੀ ਵਿੱਚ ਸਾਰਾ ਦਿਨ ਮੇਰੇ ਕਾਲਜ ਅੱਗੇ ਧੂਣੀ ਲਈ ਬੈਠਾ ਰਿਹਾ ਤਾਂ ਮੇਰੇ ਤੋਂ ਬਰਦਾਸ਼ਤ ਨਾ ਹੋਇਆ। ਮੈਂ ਡਾਕਟਰ ਦੇ ਜਾਣ ਦਾ ਬਹਾਨਾ ਕੀਤਾ ਤੇ ਹੋਸਟਲ ਤੋਂ ਬਾਹਰ ਆ ਗਈ। ਸਾਰਾ ਦਿਨ ਅਸੀਂ ਲਾਹੌਰ ਦੀਆਂ ਸੜਕਾਂ ਤੇ ਪੈਦਲ ਘੁੰਮਦੇ ਰਹੇ, ਪਾਰਕਾਂ ਵਿੱਚ, ਵੀਰਾਨ ਥਾਵਾਂ ਤੇ ਅਤੇ ਦੁਨੀਆ ਤੋਂ ਦੂਰ। ਅਸੀਂ ਕੁਝ ਨਹੀਂ ਬੋਲੇ, ਪਰ ਸਾਡੀਆਂ ਗੱਲਾਂ ਖਤਮ ਨਹੀਂ ਹੋ ਰਹੀਆਂ ਸੀ। ਸ਼ਾਮ ਹੋਈ। ਮੈਂ ਕੱਲ ਫੇਰ ਮਿਲਣ ਦਾ ਵਾਅਦਾ ਕਰਕੇ ਵਾਪਸ ਆ ਗਈ। ਇਸ ਤਰ੍ਹਾਂ 2-3 ਮਹੀਨੇ ਲੰਘ ਗਏ। ਹੁਣ ਤੱਕ ਮੈਂ ਪੂਰੀ ਤਰ੍ਹਾਂ ਉਸਦੇ ਇਸ਼ਕ ਵਿੱਚ ਗ੍ਰਿਫਤਾਰ ਹੋ ਚੁੱਕੀ ਸੀ। ਉਸ ਨੂੰ ਵੇਖੇ ਬਗੈਰ ਸਕੂਨ ਨਹੀਂ ਮਿਲਦਾ ਸੀ। ਤੇਰੇ ਬਗੈਰ ਮੈਂ ਨਹੀਂ ਰਹਿ ਸਕਦਾ ਤਬੀ। ਚੱਲ ਕਿਤੇ ਚੱਲ ਕੇ ਨਿਕਾਹ ਕਰ ਲਈਏ। ਇੱਕ ਦਿਨ ਉਸਨੇ ਅੱਖਾਂ ਭਰ ਕੇ ਕਿਹਾ। ਮੈਂ ਇਸ ਕਾਬਿਲ ਕਿੱਥੇ ਹਾਂ ਸਲੀਮ। ਮੈਂ ਤਾਂ ਕਾਲੀ ਜਿਹੀ ਲੜਕੀ ਹਾਂ। ਤੇਰੀ ਅੰਮੀ ਨੂੰ ਪਸੰਦ ਨਹੀਂ ਆਵਾਂਗੀ। ਉਸ ਦਾ ਸੁਪਨਾ ਤਾਂ ਚਾਂਦ ਜੀ ਦੁਲਹਨ ਹੋਵੇਗਾ। ਕਾਸ਼ ਮੇਰਾ ਰੰਗ ਥੋੜਾ ਗੋਰਾ ਹੁੰਦਾ। ਮੈਨੂੰ ਆਪਣੇ ਕਾਲੇ ਰੰਗ ਤੇ ਬਹੁਤ ਦੁੱਖ ਸੀ। ਬਕਵਾਸ। ਕਾਲਿਆਂ ਦੇ ਡੰਗੇ ਪਾਣੀ ਵੀ ਨਹੀਂ ਮੰਗਦੇ ਜਾਨੇਮਨ। ਗੋਰਿਆਂ ਵਿੱਚ ਤਾਂ ਜ਼ਹਿਰ ਕਿੱਥੇ। ਆਖ ਕੇ ਉਸਨੇ ਮੇਰੀਆਂ ਜ਼ੁਲਫਾਂ ਖੋਲ ਕੇ ਮੇਰੇ ਗਲ ਵਿੱਚ ਪਾ ਦਿੱਤੀਆਂ। ਤੇਰਾ ਕਾਲਾ ਰੰਗ ਹੀ ਤੇਰਾ ਹੁਸਨ ਹੈ। ਪੂਰੀ ਨਾਗਨ ਲੱਗਦੀ ਹੈ। ਇੱਕ ਵਾਰ ਡੰਗ ਦੇਵੇਂ ਬੰਦਾ ਸਾਰੀ ਉਮਰ ਤੜਫੇ। ਉਸਨੇ ਮੇਰੇ ਕਾਲੇ ਰੰਗ ਨੂੰ ਪੂਰੀ ਗਜ਼ਲ ਕਹਿ ਦਿੱਤੀ। ਮੈਨੂੰ ਸੋਹਣੀ ਲੱਗਣੀ ਆ। ਸ਼ਾਇਦ ਤੇਰੀ ਅੰਮੀ ਅੱਬੂ ਨੂੰ ਪਸੰਦ ਨਾ ਆਵਾਂ। ਖੁਦਾ ਨਾ ਕਰੇ। ਮੈਨੂੰ ਯਕੀਨ ਨਹੀਂ ਆ ਰਿਹਾ। ਅੱਬੂ ਅੰਮੀ ਨੂੰ ਕੌਣ ਪੁੱਛਦਾ ਹੈ? ਇਸ਼ਕ ਮਰਦਾਂ ਦਾ ਕੰਮ ਹੈ। ਮੈਂ ਕੋਈ ਦੁੱਧ ਪੀਂਦਾ ਬੱਚਾ ਤਾਂ ਨਹੀਂ। ਅੰਮੀ ਨੂੰ ਪੁੱਛਾਂਗਾ ਕਿ ਸ਼ਾਦੀ ਕਰਾਂ ਕਿ ਨਾ। ਇਸ਼ਕ ਨੇ ਤਾਂ ਸ਼ਹਿਜ਼ਾਦਾ ਸਲੀਮ ਨੂੰ ਅਕਬਰ ਦੇ ਵਿਰੁੱਧ ਖੜਾ ਕਰ ਦਿੱਤਾ ਸੀ ਤੇ ਉਹ ਸਲਤਨਤ ਛੱਡ ਕੇ ਬਾਗੀ ਹੋ ਗਿਆ ਸੀ। ਫਿਰ ਮੇਰਾ ਝਗੜਾ ਕਿਸੇ ਬਾਦਸ਼ਾਹ ਨਾਲ ਥੋੜੀ ਏ। ਮੇਰੇ ਕੋਲ ਤਾਂ ਖਾਲੀ ਕੁੱਲੀ ਏ। ਕਬੂਲ ਏ ਤਾਂ ਆ ਜਾ। ਉਹ ਫਕੀਰਾਂ ਵਾਂਗ ਬੋਲਿਆ ਤੇ ਉਸ ਦੀ ਇਸ ਫਕੀਰੀ ਤੇ ਮੈਂ ਮਰ ਮਿਟੀ। ਮੈਂ ਆਪਣੀ ਅੰਮੀ ਨਾਲ ਗੱਲ ਕਰਾਂ ਫਿਰ। ਮੈਂ ਵੀ ਹੁਣ ਹਮੇਸ਼ਾ ਲਈ ਸਲੀਮ ਦੀ ਹੋ ਜਾਣਾ ਚਾਹੁੰਦੀ ਸੀ। ਉਹ ਕਾਫੀ ਦੇਰ ਚੁੱਪ ਰਿਹਾ। ਤਬੀ ਮੈਂ ਕਹਿਣਾ ਨਹੀਂ ਚਾਹੁੰਦਾ, ਤੈਨੂੰ ਦੁੱਖ ਲੱਗੇਗਾ, ਪਰ ਤੈਨੂੰ ਇਲਮ ਹੈ ਕਿ ਤੇਰੀ ਅੰਮੀ ਦਾ ਪੇਸ਼ਾ। ਆਖ ਕੇ ਉਹ ਚੁੱਪ ਹੋ ਗਿਆ, ਜਿਵੇਂ ਕਿਸੇ ਨੇ ਮੇਰੇ ਮੂੰਹ ਤੇ ਭਰੇ ਬਾਜ਼ਾਰ ਵਿੱਚ ਥੱਪੜ ਮਾਰ ਦਿੱਤਾ ਹੋਵੇ। ਸਲੀਮ, ਮੇਰੀ ਮਾਂ ਏ। ਖੁਦਾ ਦੇ ਵਾਸਤੇ ਇੱਕ ਹਰਫ ਵੀ ਉਹਨਾਂ ਦੀ ਸ਼ਾਨ ਦੇ ਖਿਲਾਫ ਨਾ ਕਹੀਂ। ਖੁਦਾ ਨਾ ਖਾਸਤਾ। ਮਾਲੂਮ ਨਹੀਂ ਮੈਂ ਕੀ ਕਰ ਬੈਠਾ। ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਤੇ ਉੱਥੋਂ ਉੱਠ ਕੇ ਆ ਗਈ। 8 ਦਿਨ ਸਲੀਮ ਮੈਨੂੰ ਨਾ ਮਿਲਿਆ। 8ਵੇਂ ਦਿਨ ਮੇਰੀ ਅੰਮੀ ਜਾਨ ਸਲੀਮ ਨਾਲ ਹੋਸਟਲ ਵਿੱਚ ਮੈਨੂੰ ਮਿਲਣ ਆਈ। ਮੈਂ ਪਰੇਸ਼ਾਨ ਹੋ ਗਈ। ਅੰਮੀ ਨੇ ਦੱਸਿਆ ਕਿ ਸਲੀਮ ਅੰਮੀ ਦੇ ਕਦਮਾਂ ਵਿੱਚ ਗਿਰ ਗਿਆ ਸੀ ਕਿ ਮੈਨੂੰ ਸਿਰਫ ਤੈਯਬਾ ਚਾਹੀਦੀ ਹੈ ਤੇ ਅੰਮੀ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਸੀ। ਹੋਰ ਤੂੰ ਖੁਦਾ ਤੋਂ ਕੀ ਮੰਗਦੀ ਹੈ ਤਾਇਬਾ? ਮੁਹੱਬਤ ਖੁਦਾ ਦੀ ਦਾਤ ਹੈ। ਇੰਨਾ ਪਿਆਰ ਕਰਨ ਵਾਲਾ ਸ਼ੌਹਰ ਮੁਕੱਦਰ ਨਾਲ ਮਿਲਦਾ ਹੈ। ਮੈਂ ਸਾਰੀ ਉਮਰ ਆਦਮੀ ਦੇ ਪਿਆਰ ਨੂੰ ਤਰਸਦੀ ਰਹੀ ਹਾਂ। ਤੂੰ ਕਿਸਮਤ ਨੂੰ ਠੋਕਰ ਨਾ ਮਾਰ। ਨਿਕਾਹ ਕਰ ਲੈ ਬੇਟੀ। ਆਖ ਕੇ ਉਸਨੇ ਆਪਣੇ ਜੀਵਨ ਭਰ ਦੀ ਕਮਾਈ, ਸੋਨਾ ਚਾਂਦੀ ਅਤੇ ਪੈਸਿਆਂ ਦਾ ਢੇਰ ਮੇਰੇ ਅੱਗੇ ਜ਼ਮੀਨ ਤੇ ਲਗਾ ਦਿੱਤਾ।
ਜੋ ਸ਼ਾਇਦ ਉਹ ਮੇਰੇ ਅੱਬੂ ਤੋਂ ਸਿਫਾਰਿਸ਼ ਪਾ ਕੇ ਰੱਖਦੀ ਰਹੀ ਸੀ ਕਿ ਕਦੇ ਮੇਰੇ ਨਿਕਾਹ ਕਿਸੇ ਸ਼ਰੀਫ ਇਨਸਾਨ ਨਾਲ ਕਰੇਗੀ। ਸ਼ਰਾਫਤ ਬੜੀ ਵੱਡੀ ਚੀਜ਼ ਹੈ ਬੇਟਾ। ਪੈਸਾ ਕੰਮ ਨਹੀਂ ਆਉਂਦਾ, ਬੰਦੇ ਕੰਮ ਆਉਂਦੇ ਨੇ। ਤੇ ਸਲੀਮ, ਮੈਨੂੰ ਕਿਸੇ ਚੰਗੇ ਖਾਨਦਾਨ ਦਾ ਚਿਰਾਗ ਲੱਗਦਾ ਹੈ। ਤੂੰ ਕਿਸੇ ਸ਼ਰੀਫ ਘਰ ਦੀ ਬਹੂ ਬਣੇ, ਮੇਰੀ ਇਹੀ ਆਖਰੀ ਤਮੰਨਾ ਹੈ। ਖੁਦਾ ਕਰੇ ਤੂੰ ਆਪਣੇ ਘਰ ਰਾਜ ਕਰੇ ਤੇ ਮੁੜ ਕੇ ਮੇਰੀ ਬਦਨਾਮ ਦੁਨੀਆ ਤੇ ਤੇਰਾ ਪਾਕ ਕਦਮ ਨਾ ਪਵੇ। ਅੰਮੀ ਨੇ ਝੋਲੀ ਮੇਰੇ ਅੱਗੇ ਅੜ ਦਿੱਤੀ। ਮੇਰਾ ਤੇ ਸਲੀਮ ਦਾ ਨਿਕਾਹ ਹੋ ਗਿਆ। ਹੋਸਟਲ ਛੱਡ ਕੇ ਮੈਂ ਕਿਰਾਏ ਦੇ ਮਕਾਨ ਵਿੱਚ ਆ ਗਈ। ਅੰਮੀ ਨੇ ਪੈਸੇ ਜ਼ਰੂਰਤ ਤੋਂ ਜ਼ਿਆਦਾ ਦੇ ਦਿੱਤੇ ਸੀ। 6 ਮਹੀਨੇ ਤੱਕ ਤਾਂ ਸਾਡਾ ਹਨੀਮੂਨ ਹੀ ਚੱਲਦਾ ਰਿਹਾ, ਪਰ ਕਹਿੰਦੇ ਨੇ ਕਿ ਹੌਲੀ-ਹੌਲੀ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਔਰਤ ਸੀ ਮੈਂ ਤੇ ਘਰ ਨੂੰ ਚਲਾਉਣ ਦਾ ਫਿਕਰ ਸਲੀਮ ਨਾਲੋਂ ਜ਼ਿਆਦਾ ਮੈਨੂੰ ਹੀ ਸੀ। ਸਲੀਮ, ਹੁਣ ਤੂੰ ਕੋਈ ਕੰਮ ਲੱਭ ਲੈ, ਕੋਈ ਨੌਕਰੀ, ਕੋਈ ਬਿਜ਼ਨਸ। ਅੰਮੀ ਦੇ ਦਿੱਤੇ ਪੈਸੇ ਖਤਮ ਹੋ ਚੱਲੇ ਨੇ। ਇੱਕ ਰਾਤ ਜਦੋਂ ਮੈਂ ਕਿਹਾ ਤੇਰੇ ਇਸ਼ਕ ਤੋਂ ਫੁਰਸਤ ਮਿਲੇ ਤਾਂ ਹੀ ਬੇਗਮ ਕੁਛ ਕਰਾਂ, ਮੈਂ ਤੈਨੂੰ ਆਜ਼ਾਦ ਕਰਨੀ ਆ ਸਲੀਮ। ਖੁਦਾ ਵਾਸਤੇ ਇਸ਼ਕ ਬਹੁਤ ਹੋ ਗਿਆ, ਹੁਣ ਰੋਟੀ ਪਾਣੀ ਦਾ ਫਿਕਰ ਕਰ, ਮੈਂ ਅਖੀਰ ਦੀ ਕਹੀ। ਬਹੁਤ ਦਿਨ ਉਹ ਕੰਮ ਦੀ ਤਲਾਸ਼ ਵਿੱਚ ਮਾਰਿਆ ਫਿਰਦਾ ਰਿਹਾ, ਪਰ ਕੋਈ ਕੰਮ ਨਾ ਮਿਲਿਆ। ਫਾਕਿਆਂ ਦੀ ਨੌਬਤ ਆ ਗਈ। ਹੁਣ ਕੀ ਕਰੀਏ? ਇੱਕ ਦਿਨ ਸਾਡੇ ਲਈ ਬੜਾ ਮੁਸ਼ਕਿਲ ਲੰਘ ਰਿਹਾ ਸੀ। ਇੱਕ ਦਿਨ ਸਲੀਮ ਕਿਸੇ ਅਜਨਬੀ ਨੂੰ ਘਰ ਲੈ ਆਇਆ। ਇਹ ਸ਼ੇਖ ਸਾਹਿਬ ਨੇ ਤਬੀ ਅਰਬ ਤੋਂ ਆਏ ਨੇ, ਬੜੇ ਵੱਡੇ ਬੰਦੇ ਨੇ। ਦੁਨੀਆ ਭਰ ਦੇ ਮੁਲਕਾਂ ਵਿੱਚ ਇਹਨਾਂ ਦੇ ਬਿਜ਼ਨਸ ਚੱਲਦੇ ਨੇ ਤੇ ਕਈ ਫਿਲਮਾਂ ਵਿੱਚ ਇਹਨਾਂ ਨੇ ਪੈਸੇ ਇਨਵੈਸਟ ਕੀਤੇ ਨੇ। ਗੀਤ ਗਜ਼ਲ ਸੁਣਨ ਦੇ ਬੜੇ ਸ਼ੌਕੀਨ ਨੇ। ਮੈਂ ਕਿਹਾ ਚਲੋ ਅੱਜ ਸਾਡੇ ਘਰ ਵੀ ਇਹਨਾਂ ਦੇ ਮੁਬਾਰਕ ਕਦਮ ਪੈ ਜਾਣ। ਉਸਨੇ ਸ਼ੇਖ ਸਾਹਿਬ ਦਾ ਤੁਆਰਫ ਕਰਵਾਇਆ। ਬੜੀ ਕਰਮ ਨਵਾਜੀ ਏ। ਮੈਂ ਸਲਾਮ ਕੀਤਾ। ਸਲੀਮ ਸ਼ੇਖ ਸਾਹਿਬ ਨੂੰ ਘਰ ਬਿਠਾ ਕੇ ਖਾਣ ਪੀਣ ਲਈ ਸਮਾਨ ਲੈਣ ਚਲਾ ਗਿਆ। ਸ਼ੇਖ ਸਾਹਿਬ ਨੇ ਨੀਲੇ ਨੋਟਾਂ ਦੀ ਗੱਠੀਆਂ ਕੱਢ ਕੇ ਮੇਜ਼ ਉੱਤੇ ਰੱਖ ਦਿੱਤੀਆਂ। ਮੈਨੂੰ ਗੱਲ ਦੀ ਸਮਝ ਨਾ ਆਈ। ਇਹ ਸਲੀਮ ਦੀ ਕਮਾਈ ਏ। ਸ਼ੇਖ ਮੇਰੇ ਵੱਲ ਦੇਖ ਕੇ ਮੁਸਕਰਾਇਆ। ਇੰਨੇ ਜ਼ਿਆਦਾ ਪੈਸੇ? ਇਹੋ ਜਿਹੀ ਸਲੀਮ ਨੇ ਕੀ ਮੱਲ ਮਾਰੀ ਸੀ? ਮੈਂ ਖੁਦ ਨੂੰ ਸਵਾਲ ਕੀਤਾ। ਇਹ ਤਾਂ ਕੁਝ ਵੀ ਨਹੀਂ, ਇੰਨੇ ਤਾਂ ਮੈਂ ਇੱਕ ਰਾਤ ਤੇ ਖਰਚ ਦਿੰਨਾ ਹਾਂ। ਆ ਕੇ ਸ਼ੇਖ ਮੇਰੇ ਨਾਲ ਸੋਫੇ ਤੇ ਆ ਕੇ ਬੈਠ ਗਿਆ। ਇੱਕ ਰਾਤ? ਮੈਂ ਕੁਝ ਸਮਝੀ ਨਹੀਂ। ਸ਼ੇਖ ਸਾਹਿਬ, ਮੈਂ ਉਸ ਤੋਂ ਥੋੜਾ ਦੂਰ ਸਰਕ ਗਈ। ਸਲੀਮ ਦੱਸਦਾ ਸੀ ਕਿ ਤੂੰ ਬਹੁਤ ਅੱਛੀ ਫਨਕਾਰ ਹੈ, ਗਜ਼ਲ ਬੜੀ ਖੂਬਸੂਰਤ ਕਹਿਨੀ ਏ, ਤੇਰੀ ਆਵਾਜ਼ ਬੜੀ ਪਿਆਰੀ ਏ। ਉਸਨੇ ਮੇਰੇ ਗਾਲ ਵਿੱਚ ਬਾਂਹ ਪਾਈ। ਮੈਨੂੰ ਲੱਗਿਆ ਜਿਵੇਂ ਕੋਈ ਨਾਗ ਮੇਰੀ ਗਰਦਨ ਦੁਆਲੇ ਲਿਪਟ ਗਿਆ ਹੋਵੇ। ਮੈਂ ਝਟਕੇ ਨਾਲ ਉਸਦੀ ਬਾਂਹ ਨੂੰ ਦੂਰ ਕਰ ਦਿੱਤਾ। ਨਹੀਂ, ਮੈਂ ਕੋਈ ਗਾਣਾ ਵਜਾਉਣਾ ਨਹੀਂ ਜਾਣਦੀ। ਮੈਂ ਗੁੱਸੇ ਵਿੱਚ ਉੱਠ ਖੜੀ ਹੋਈ। ਸਲੀਮ, ਜੋ ਸ਼ਾਇਦ ਦਰਵਾਜ਼ੇ ਪਿੱਛੇ ਖੜਾ ਸਾਡੀਆਂ ਗੱਲਾਂ ਸੁਣ ਰਿਹਾ ਸੀ, ਅਚਾਨਕ ਸਾਹਮਣੇ ਆ ਗਿਆ। ਤਬੀ, ਸ਼ੇਖ ਸਾਹਿਬ ਵੱਡੇ ਬੰਦੇ ਨੇ, ਇਹਨਾਂ ਨੂੰ ਖਫਾ ਨਾ ਕਰ ਦੇਵੀਂ। ਬਹੁਤ ਮਾਲਦਾਰ ਆਦਮੀ ਨੇ, ਆਪਣੀ ਗਰੀਬੀ ਖਤਮ ਕਰ ਦੇਣਗੇ। ਜਰਾ ਅੱਜ ਰਾਤ ਇਹਨਾਂ ਨੂੰ ਖੁਸ਼ ਕਰ ਦੇ। ਉਹ ਮੈਨੂੰ ਸਮਝਾ ਰਿਹਾ ਸੀ। ਮੇਰੇ ਕੰਨਾਂ ਨੂੰ ਯਕੀਨ ਨਾ ਆਇਆ ਕਿ ਇਹ ਉਹੀ ਸਲੀਮ ਹੈ ਜੋ ਮੈਨੂੰ ਬਾਜ਼ਾਰ ਵਿੱਚ ਹਾਂਡੀ ਦਾ ਗੋਸ਼ਤ ਤੱਕ ਖਰੀਦਣ ਨਹੀਂ ਜਾਣ ਦਿੰਦਾ ਸੀ। ਤਾਂ ਇਹ ਹੈ ਤੇਰੀ ਕਮਾਈ, ਆਮ ਦੇ ਪਿੱਲੇ, ਗੰਦੀ ਨਾਲੀ ਦੇ ਕੀੜੇ। ਤੇਰੀ ਹਿੰਮਤ ਕਿੱਦਾਂ ਪੈ ਗਈ ਮੇਰੀ ਅਸਮਤ ਦਾ ਸੌਦਾ ਕਰਨ ਦੀ? ਕਿੰਨਾ ਵੱਡਾ ਦੱਲਾ ਹੈ ਤੂੰ ਜੋ ਆਪਣੀ ਹੀ ਬੀਵੀ ਦਾ ਸੌਦਾ ਕਰ ਰਿਹਾ ਹੈ। ਮੈਂ ਸਲੀਮ ਨੂੰ ਗਿਰੇਵਾਨ ਤੋਂ ਫੜ ਲਿਆ। ਕੰਜੀ ਔਲਾਦ, ਤੇ ਨਖਰੇ ਦੇਖ ਜਿਵੇਂ ਕੋਈ ਸ਼ਰੀਫ ਔਰਤ ਹੋਵੇ। ਤੂੰ ਮੈਨੂੰ ਸ਼ਰਾਫਤ ਦਾ ਪਾਠ ਪੜ੍ਹਾ ਰਹੀ ਏ। ਤੇਰੀ ਮਾਂ ਮੇਰੀ ਸਾਰੀ ਉਮਰ ਇਹੀ ਸੌਦੇਬਾਜ਼ੀ ਕਰਦੀ ਰਹੀ। ਉਸ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਮੈਂ ਕੀ ਕਹਾਂਗੀ। ਹੁਣ ਤੱਕ ਉਸੇ ਦਾ ਹੀ ਗੂੰ ਖਾਂਦਾ ਆਇਆ ਏ ਕੁੱਤਿਆ। ਉਸੇ ਦੀ ਕਮਾਈ ਤੇ ਐਸ਼ ਕੀਤੀ। ਹਯਾ ਕਰ, ਖੁਦਾ ਦੇ ਕਹਿਰ ਤੋਂ ਡਰ। ਮੇਰੇ ਤੋਂ ਆਪਣੀ ਅੰਮੀ ਬਾਰੇ ਗੰਦੇ ਅਲਫਾਜ਼ ਸੁਣੇ ਨਾ ਗਏ। ਹਾਂ, ਖਾਂਦਾ ਰਿਹਾ ਏ। ਹੁਣ ਤੇਰਾ ਗੋਸ਼ਤ ਵੇਚ ਕੇ ਗੁਜ਼ਾਰਾ ਕਰਾਂਗਾ। ਆ ਕੇ ਉਸਨੇ ਮੈਨੂੰ ਰੂਈ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ। ਜੇ ਇਹੀ ਕੰਮ ਕਰਨਾ ਏ ਤਾਂ ਫਿਰ ਤੇਰੀ ਕੀ ਲੋੜ ਏ ਕੁੱਤਿਆ? ਆਖ ਕੇ ਮੈਂ ਸ਼ਰਾਬ ਦੀ ਬੋਤਲ ਚੁੱਕ ਕੇ ਉਹਦੇ ਸਿਰ ਤੇ ਸਲੀਮ ਫਰਸ਼ ਉੱਤੇ ਡਿੱਗ ਪਿਆ। ਮੇਰੇ ਹੋਸ਼ ਉੱਡ ਗਏ। ਮੈਂ ਸੁੱਕੇ ਪੱਤੇ ਵਾਂਗ ਕੰਬ ਗਈ। ਸ਼ੇਖ ਨੇ ਮੇਰੇ ਸਿਰ ਤੇ ਹੱਥ ਰੱਖਿਆ। ਮੈਂ ਗਰਦਨ ਉਠਾ ਕੇ ਉਸ ਵੱਲ ਦੇਖਿਆ। ਉਸ ਵਕਤ ਉਹ ਮੈਨੂੰ ਕਿਸੇ ਮਸੀਹੇ ਵਾਂਗ ਲੱਗਿਆ। ਉਸਨੇ ਮੇਰਾ ਹੱਥ ਫੜਿਆ ਤੇ ਸਲੀਮ ਨੂੰ ਉੱਥੇ ਹੀ ਛੱਡ ਕੇ ਮੈਨੂੰ ਕਿਸੇ ਹੋਟਲ ਵਿੱਚ ਲੈ ਆਇਆ। ਅਗਲੇ ਦਿਨ ਮੇਰਾ ਪਾਸਪੋਰਟ ਤੇ ਟਿਕਟ ਆ ਗਏ। ਉਸੇ ਰਾਤ ਹੀ ਮੈਂ ਸ਼ੇਖ ਸਾਹਿਬ ਨਾਲ ਜਹਾਜ਼ ਚੜ੍ਹ ਕੇ ਅਰਬ ਪਹੁੰਚ ਗਈ। ਸ਼ੇਖ ਦੇ ਮਹਿਲਨੁਮਾ ਘਰ ਵਿੱਚ ਬੇਸ਼ੁਮਾਰ ਕਮਰੇ ਸਨ ਤੇ ਹਰ ਕਮਰੇ ਵਿੱਚ ਇੱਕ ਔਰਤ, ਜਿਵੇਂ ਪਸ਼ੂਆਂ ਦੀ ਮੰਡੀ ਲੱਗੀ ਹੋਵੇ। ਉਸ ਦੇ ਹਰਮ ਵਿੱਚ ਹਰ ਮੁਲਕ, ਹਰ ਨਸਲ, ਹਰ ਰੰਗ ਦੀ ਔਰਤ ਸੀ। ਮੈਂ ਉਸ ਹਜੂਮ ਵਿੱਚ ਗਵਾਚ ਗਈ। ਉਹ ਔਰਤਾਂ ਮੈਨੂੰ ਦੇਖ ਕੇ ਹੱਸਦੀਆਂ। ਕਈ ਦਿਨ ਲੰਘ ਗਏ, ਸ਼ੇਖ ਮੁੜ ਕੇ ਨਾ ਆਇਆ। ਸ਼ਾਇਦ ਔਰਤਾਂ ਦੀ ਇਸ ਮੇਲੇ ਵਿੱਚ ਉਹ ਮੈਨੂੰ ਭੁੱਲ ਹੀ ਗਿਆ ਸੀ। ਉਹ ਔਰਤਾਂ ਵਾਰ-ਵਾਰ ਆ ਕੇ ਮੈਨੂੰ ਘੂਰਦੀਆਂ, ਆਪਣੀ ਜ਼ੁਬਾਨ ਵਿੱਚ ਕੋਈ ਗੱਲ ਕਰਦੀਆਂ ਤੇ ਇਸ਼ਾਰੇ ਕਰਦੀਆਂ।
ਤੈਨੂੰ ਮਿਲ ਕੇ ਇੱਕ ਦਿਨ ਕੁੱਟਣਾ ਏ। ਜਿਵੇਂ ਮੁਹੱਲੇ ਵਿੱਚ ਕੋਈ ਨਵਾਂ ਕੁੱਤਾ ਆਉਂਦਾ ਏ ਤਾਂ ਪੁਰਾਣੇ ਕੁੱਤੇ ਉਸ ਨੂੰ ਦੇਖ ਕੇ ਭੌਂਕਦੇ ਨੇ, ਇਹੀ ਹਾਲ ਉਹਨਾਂ ਔਰਤਾਂ ਦਾ ਸੀ। ਪਰ ਮੈਨੂੰ ਸ਼ੇਖ ਸਾਹਿਬ ਦਾ ਸਹਾਰਾ ਸੀ, ਇਸ ਲਈ ਮੈਂ ਉਹਨਾਂ ਵੱਲ ਜ਼ਿਆਦਾ ਤਵੱਜੋ ਨਾ ਦਿੱਤੀ। ਇੱਕ ਦਿਨ ਮੇਰੇ ਕਮਰੇ ਵਿੱਚ ਸਮਾਨ ਰੱਖਣ ਸ਼ੇਖ ਦਾ ਨੌਕਰ ਅਬਦੁਲ ਆਇਆ। ਉਹ ਟੁੱਟੀ ਫੁੱਟੀ ਪੰਜਾਬੀ ਬੋਲਦਾ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਟੁੱਟੀ ਫੁੱਟੀ ਪੰਜਾਬੀ ਬੋਲਦਾ ਹੈ। ਉਸਨੇ ਮੈਨੂੰ ਦੱਸਿਆ ਕਿ ਸ਼ੇਖ ਕੋਲ ਮੇਰੇ ਵਰਗੀਆਂ ਹਜ਼ਾਰਾਂ ਹੀ ਔਰਤਾਂ ਹਨ ਤੇ ਇਹ ਔਰਤਾਂ ਮਹਿਮਾਨਾਂ ਦੀ ਖਿਦਮਤ ਕਰਦੀਆਂ ਹਨ। ਸੁਣ ਕੇ ਮੇਰਾ ਦਮ ਰੁਕ ਗਿਆ। ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਮੇਰੀ ਕਿਸਮਤ ਤਾਂ ਬਰਬਾਦ ਹੋਣਾ ਹੀ ਲਿਖਿਆ ਸੀ। ਅਬਦੁਲ ਦੀ ਹਮਦਰਦੀ ਕਾਰਨ ਮੇਰੀ ਉਸ ਨਾਲ ਦੋਸਤੀ ਹੋ ਗਈ। ਉਸ ਨੂੰ ਜਦੋਂ ਵੀ ਫੁਰਸਤ ਹੁੰਦੀ ਉਹ ਮੇਰੇ ਕਮਰੇ ਵਿੱਚ ਆ ਜਾਂਦਾ। ਹੌਲੀ ਹੌਲੀ ਇਹ ਦੋਸਤੀ ਗੂੜੇ ਰਿਸ਼ਤੇ ਵਿੱਚ ਬਦਲ ਗਈ। ਦਰਅਸਲ ਸ਼ੇਖ ਸਾਹਿਬ ਕੋ ਮੇਰੇ ਲਈ ਵਕਤ ਨਹੀਂ ਸੀ। ਇੱਕ ਦਿਨ ਅਬਦੁਲ ਮੇਰੇ ਕੋਲ ਸੀ ਕਿ ਬਾਹਰੋਂ ਜ਼ੋਰ-ਜ਼ੋਰ ਦੀ ਦਰਵਾਜ਼ਾ ਭੰਨਿਆ ਜਾਣ ਲੱਗਾ। ਅਸੀਂ ਦੋਵੇਂ ਡਰ ਗਏ। ਮੈਂ ਉਸ ਨੂੰ ਆਪਣੇ ਪਲੰਗ ਦੇ ਨੀਚੇ ਛੁਪਾ ਦਿੱਤਾ ਤੇ ਦਰਵਾਜ਼ਾ ਖੋਲ੍ਹਿਆ। ਸ਼ੇਖ ਸਾਹਿਬ ਹੱਥ ਵਿੱਚ ਹੰਟਰ ਲਈ ਖੜੇ ਸਨ। ਪਿੱਛੇ ਔਰਤਾਂ ਦਾ ਹਜੂਮ। ਸ਼ਾਇਦ ਉਹ ਮੇਰੀ ਨਿਗਰਾਨੀ ਕਰਦੀਆਂ ਸਨ ਕਿ ਮੈਂ ਕੀ ਕਰ ਰਹੀ ਹਾਂ ਤੇ ਮੌਕਾ ਪੈਣ ਤੇ ਉਹ ਸ਼ੇਖ ਨੂੰ ਸੱਦ ਲਿਆਈਆਂ। ਕੀ ਕਰ ਰਹੀ ਹੈ? ਸ਼ੇਖ ਨੇ ਹੰਟਰ ਹਵਾ ਵਿੱਚ ਘੁਮਾਉਂਦਿਆਂ ਕਿਹਾ। ਮੈਂ ਜੰਗਲੀ ਬਾਂਸ ਵਾਂਗ ਕੰਬ ਗਈ। ਸੌ ਰਹੀ ਸੀ। ਮੇਰੇ ਗਲੇ ਤੋਂ ਆਵਾਜ਼ ਆਈ, ਅਬਦੁਲ ਕਿੱਥੇ ਹੈ? ਉਹ ਮੈਨੂੰ ਪਿੱਛੇ ਧਕੇਲ ਕੇ ਕਮਰੇ ਵਿੱਚ ਆ ਗਿਆ। ਕੋਈ ਨਹੀਂ ਹੈ, ਮੈਂ ਸਫਾਈ ਦਿੱਤੀ। ਸ਼ਟ ਅਪ, ਆਪਣਾ ਹੁਲੀਆ ਦੇਖ, ਆ ਕੇ ਉਹ ਮੇਰੀਆਂ ਲੱਤਾਂ ਤੇ ਹੰਟਰ ਮਾਰਨ ਲੱਗਾ। ਸ਼ੇਖ ਨੇ ਹੰਟਰ ਮੇਰਾ ਅਤੇ ਅਬਦੁਲ ਦਾ ਬੁਰਾ ਹਾਲ ਕਰ ਦਿੱਤਾ। ਦੂਜੇ ਦਿਨ ਸ਼ੇਖ ਮੇਰੇ ਕਮਰੇ ਵਿੱਚ ਆਇਆ। ਪਿਆਸਿਆਂ ਦੀ ਇੱਕ ਥੈਲੀ ਮੇਰੇ ਅੱਗੇ ਸੁੱਟ ਕੇ ਬੋਲਿਆ, ਮੈਨੂੰ ਪਤਾ ਹੈ ਤੇਰੇ ਰਗਾਂ ਵਿੱਚ ਖੂਨ ਦੌੜਦਾ ਏ। ਤੇਰੇ ਤੋਂ ਸ਼ਰਾਫਤ ਦੀ ਉਮੀਦ ਰੱਖਣਾ ਬੇਵਕੂਫੀ ਹੈ। ਆ ਫੜ ਪੈਸੇ ਤੇ ਮੇਰੀਆਂ ਨਜ਼ਰਾਂ ਤੋਂ ਦੂਰ ਚਲੀ ਜਾ। ਮੈਂ ਨਹੀਂ ਚਾਹੁੰਦਾ ਕਿ ਤੇਰਾ ਅਸਰ ਦੂਜੀਆਂ ਔਰਤਾਂ ਤੇ ਵੀ ਪਵੇ। ਇੱਕ ਮਛਲੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ ਤੇ ਪਤਾ ਨਹੀਂ ਉਸਨੇ ਕੀ ਕੀਤਾ। ਦੂਜੇ ਦਿਨ ਮੈਨੂੰ ਟਿਕਟ ਦੇ ਕੇ ਕਿਸੇ ਅੰਗਰੇਜ਼ ਬੁੱਢੇ ਨਾਲ ਇੰਗਲੈਂਡ ਜਾਣ ਲਈ ਜਹਾਜ਼ ਵਿੱਚ ਚੜ੍ਹਾ ਦਿੱਤਾ। ਉਹ ਬੁੱਢਾ ਅੰਗਰੇਜ਼ ਕਈ ਦਿਨ ਮੇਰੇ ਕੋਲ ਰਿਹਾ। ਫਿਰ ਉਸਨੇ ਕਿਸੇ ਹੋਰ ਦੋਸਤ ਅੱਗੇ ਮੈਨੂੰ ਪੇਸ਼ ਕਰ ਦਿੱਤਾ। ਫਿਰ ਹੋਰ ਤੇ ਫਿਰ ਹੋਰ, ਅੱਗੇ ਫਿਰ ਹੋਰ ਅੱਗੇ। ਹੁਣ ਤੱਕ ਮੈਂ ਪੂਰੀ ਤਰ੍ਹਾਂ ਆਪਣੀ ਮਾਂ ਵਰਗੀ ਬਣ ਚੁੱਕੀ ਸੀ। ਇਹ ਕੰਮ ਮੇਰੀ ਮਜਬੂਰੀ ਬਣ ਗਈ ਸੀ। ਅੰਮੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਨੇ ਮੈਨੂੰ ਬਖਸ਼ਿਆ ਨਹੀਂ। ਇੰਗਲੈਂਡ ਆਈ ਨੂੰ ਕਈ ਮਹੀਨੇ ਹੋ ਗਏ। ਥੋੜੀ ਬਹੁਤ ਜ਼ੁਬਾਨ ਵੀ ਸਿੱਖ ਲਈ। ਲੋਕਾਂ ਦੇ ਚਿਹਰੇ ਪੜ੍ਹਨ ਲੱਗੀ। ਹਰ ਸ਼ਾਮ ਕਿਸੇ ਨਾਲ ਗੁਜ਼ਾਰਦੀ ਤਾਂ ਕਿ ਦੂਜੇ ਦਿਨ ਦਾ ਬ੍ਰੈਡ ਤੇ ਬਟਰ ਖਰੀਦ ਸਕਾਂ। ਰਾਤਾਂ ਦੇ ਕਾਲੇ ਸਾਏ ਮੈਨੂੰ ਡਰਾਉਂਦੇ ਤਾਂ ਮੈਂ ਰਾਤ ਕਿਸੇ ਵੀ ਆਲੇ ਵਿੱਚ ਕੱਟ ਲੈਂਦੀ। ਫਿਰ ਕਈ ਆਏ ਕਈ ਗਏ, ਕਈ ਪੱਕੇ ਕਈ ਕੱਚੇ। ਕਈਆਂ ਦੀਆਂ ਸ਼ਕਲਾਂ ਤੇ ਨਾਮੀ ਜ਼ਹਿਨ ਸੁਬਾ ਹੋਣ ਤੱਕ ਭੁੱਲ ਜਾਂਦਾ ਸੀ। ਕਈ ਤਮਾਮ ਉਮਰ ਯਾਦ ਰਹਿਣਗੇ। ਇਹੋ ਜਿਹਾ ਹੀ ਸੀ ਇੱਕ ਇੰਡੀਆ ਦਾ ਮੁੰਡਾ। ਇੰਗਲੈਂਡ ਵਿੱਚ ਉਸ ਦੀ ਪਰਵਰਿਸ਼ ਹੋਈ ਸੀ। ਉਸ ਦੀ ਬੀਵੀ ਮਰ ਗਈ ਸੀ। ਹੁਣ ਉਸ ਦੇ ਘਰ ਉਸ ਦੀ 10 ਸਾਲਾਂ ਦੀ ਬੱਚੀ ਤੇ ਉਸ ਨੂੰ ਗੋਰੀ ਗਰਲਫ੍ਰੈਂਡ ਸਾਂਭਦੀ ਸੀ। ਨਾਮ ਸੀ ਉਸ ਦਾ ਸੈਂਡੀ। ਉਹ ਮੇਰੇ ਕਾਫੀ ਕਰੀਬ ਆ ਗਿਆ। ਇੱਕ ਦਿਨ ਅਚਾਨਕ ਉਸਨੇ ਮੈਨੂੰ ਸ਼ਾਦੀ ਦਾ ਪੈਗਾਮ ਦਿੱਤਾ। ਮੈਨੂੰ ਇਤਬਾਰ ਨਾ ਆਇਆ। ਜ਼ਿੰਦਗੀ ਨੇ ਫਿਰ ਆਵਾਜ਼ ਮਾਰੀ। ਮੈਂ ਥੋੜਾ ਖਲੋ ਗਈ। ਸੈਂਡੀ ਨੇ ਮੈਨੂੰ ਕਈ ਦਫਾ ਦੱਸਿਆ ਸੀ ਕਿ ਉਹ ਕਿਸੇ ਏਸ਼ੀਅਨ ਲੜਕੀ ਦੇ ਨਾਲ ਵਿਆਹ ਕਰਵਾ ਕੇ ਘਰ ਵਸਾਉਣਾ ਚਾਹੁੰਦਾ ਹੈ ਤੇ ਇਸ ਗੋਰੀ ਗਰਲਫ੍ਰੈਂਡ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਜੋ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਪਿੱਛਾ ਨਹੀਂ ਛੱਡ ਰਹੀ। ਮੈਂ ਸੋਚਿਆ ਚਲੋ ਇੱਕ ਵਾਰ ਨਾ ਸਹੀ ਦੂਜੀ ਵਾਰ ਕੋਈ ਸਹੀ ਬੰਦਾ ਮੇਰੀ ਜ਼ਿੰਦਗੀ ਵਿੱਚ ਆ ਜਾਵੇ। ਇੱਕ ਦਿਨ ਮੈਂ ਅਚਾਨਕ ਉਸਦੇ ਘਰ ਚਲੀ ਗਈ। ਡੋਰਬੈਲ ਕੀਤੀ। ਕਿਸੇ ਖੂਬਸੂਰਤ ਅੰਗਰੇਜ਼ ਔਰਤ ਨੇ ਦਰਵਾਜ਼ਾ ਖੋਲ੍ਹਿਆ। ਜੋਗੀਆ ਰੰਗ ਦਾ ਪੀਲਾ ਪੰਜਾਬੀ ਸੂਟ, ਬਾਹਾਂ ਰੰਗ ਬਰੰਗੀਆਂ ਵੰਗਾਂ ਨਾਲ ਭਰੀਆਂ ਹੋਈਆਂ ਤੇ ਮੱਥੇ ਤੇ ਲਾਲ ਬਿੰਦੀ, ਪੂਰੀ ਤਰ੍ਹਾਂ ਮੀਰਾਬਾਈ ਬਣੀ ਮੇਰੇ ਸਾਹਮਣੇ ਖਲੋਤੀ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਗਵਾਚ ਗਈ। ਭੁੱਲ ਹੀ ਗਈ ਕਿ ਕਿਸ ਮਕਸਦ ਲਈ ਆਈ ਹਾਂ। ਉਹ ਮੈਨੂੰ ਅੰਦਰ ਲੈ ਗਈ। ਇੱਕ ਅਜੀਬ ਜਿਹਾ ਡਰ ਸੀ ਉਸ ਦੀਆਂ ਅੱਖਾਂ ਵਿੱਚ, ਜਿਵੇਂ ਮੈਂ ਉਸ ਦੇ ਘਰ ਚੋਰੀ ਕਰਨ ਆਈ ਹੋਵਾਂ। ਸੈਂਡੀ ਕਿੱਥੇ ਹੈ? ਮੈਂ ਪੁੱਛਿਆ। ਉਹ ਤਾਂ ਇੰਡੀਆ ਗਿਆ ਹੋਇਆ ਹੈ। ਉਸਨੇ ਝੂਠ ਬੋਲਿਆ। ਤਾਂ ਤੂੰ ਉਸਦੀ ਕਿਰਾਏਦਾਰ ਹੈ? ਮੈਂ ਜਾਣ-ਬੁੱਝ ਕੇ ਕਿਹਾ। ਨਹੀਂ, ਉਹ ਮੇਰਾ ਸ਼ੌਹਰ ਹੈ। ਉਹ ਸ਼ਰਮਾਈ। ਮੈਨੂੰ ਉਸ ਤੇ ਰਹਿਮ ਆਇਆ। ਖੁਦਾ ਤੇਰੇ ਸ਼ੌਹਰ ਨੂੰ ਸਲਾਮਤ ਰੱਖੇ। ਮੇਰਾ ਦਿਲ ਭਰ ਆਇਆ ਤੇ ਮੈਂ ਵਾਪਸ ਆ ਗਈ। ਉਸੇ ਸ਼ਾਮ ਸੈਂਡੀ ਮੈਨੂੰ ਮਿਲਣ ਆਇਆ। ਸੈਂਡੀ, ਅੱਜ ਤੋਂ ਬਾਅਦ ਤੂੰ ਇੱਥੇ ਨਾ ਆਵੀਂ। ਮੈਂ ਬੇਰੁਖੀ ਨਾਲ ਕਿਹਾ। ਕਿਉਂ? ਉਹ ਘਬਰਾ ਗਿਆ। ਬਸ ਮੈਂ ਤੈਨੂੰ ਕਹਿ ਦਿੱਤਾ ਇੱਕ ਵਾਰ। ਮੈਂ ਖਿੱਝ ਕੇ ਕਿਹਾ। ਕੀ ਗੱਲ, ਤੈਨੂੰ ਮਾਰਸ਼ਾ ਨੇ ਕੁਝ ਕਿਹਾ ਹੈ? ਉਹ ਮੇਰਾ ਹੱਥ ਫੜਦਾ ਹੋਇਆ ਬੋਲਿਆ। ਹਾਂ। ਮੇਰੀ ਆਵਾਜ਼ ਦਰਦ ਵਿੱਚ ਡੁੱਬ ਗਈ। ਉਹ, ਤੂੰ ਉਸ ਕੁੱਤੀ ਤੇ ਯਕੀਨ ਨਾ ਕਰ। ਮੇਰਾ ਉਸ ਨਾਲ ਕੋਈ ਤਾਲੁਕ ਨਹੀਂ। ਖਾਮਖਾ ਮੇਰੇ ਪਿੱਛੇ ਪਈ ਹੈ। ਉਸ ਦਾ ਹੌਸਲਾ ਮੁੜਿਆ। ਕੁੱਤੀ ਉਹ ਨਹੀਂ, ਕੁੱਤਾ ਤੂੰ ਹੈ। ਜਿਵੇਂ ਉਹ ਤੇਰੇ ਇਸ਼ਕ ਵਿੱਚ ਦੀਵਾਨੀ ਹੋਈ ਭੇਸ ਵਟਾਈ ਫਿਰਦੀ ਹੈ, ਤੂੰ ਉਸ ਨੂੰ ਕੁੱਤੀ ਦੱਸਣਾ ਹੈ? ਮੈਨੂੰ ਗੁੱਸਾ ਆ ਗਿਆ। ਉਹ ਪਖੰਡਣ ਹੈ। ਇਹ ਇਸ਼ਕ ਕਰਦੀ ਹੈ, ਕਰੀ ਜਾਵੇ। ਮੇਰਾ ਉਸ ਨਾਲ ਕੋਈ ਰਿਸ਼ਤਾ ਨਹੀਂ। ਉਸਨੇ ਨਫ਼ਰਤ ਨਾਲ ਮੋਢਾ ਹਿਲਾਇਆ। ਅਫਸੋਸ ਤਾਂ ਇਹੀ ਹੈ ਕਿ ਔਰਤ ਹਮੇਸ਼ਾ ਇਸ਼ਕ ਕਰਦੀ ਹੈ ਤੇ ਮਰਦ ਸਿਰਫ ਉਸ ਨੂੰ ਵਰਤਦਾ ਹੈ।
ਉਸਦੀ ਰੂਹ ਨੂੰ ਨਹੀਂ, ਉਸਦੀ ਰੂਹ ਦੇਖਣ ਲਈ ਤੀਜੀ ਅੱਖ ਦੀ ਲੋੜ ਹੁੰਦੀ ਹੈ, ਜੋ ਸਭ ਕੋਲ ਨਹੀਂ ਹੁੰਦੀ। ਮੈਂ ਉਸੇ ਨਾਲ ਹੀ ਨਿਕਾਹ ਕਰਾਂਗੀ ਜਿਸ ਕੋਲ ਤੀਜੀ ਅੱਖ ਹੋਵੇਗੀ। ਮੈਂ ਵੀ ਨਫ਼ਰਤ ਨਾਲ ਜੁੱਤੀ ਜ਼ਮੀਨ ਤੇ ਰਗੜੀ। ਮਤ ਭੁੱਲ, ਤੂੰ ਆਪਣੀ ਇੱਜ਼ਤ ਮੈਨੂੰ ਦੇ ਚੁੱਕੀ ਹੈ। ਉਸ ਨੂੰ ਨਵੀਂ ਗੱਲ ਸੁੱਝੀ, ਬੋਲਿਆ। ਉਹ ਜਲ ਕੇ ਕੋਲਾ ਹੋ ਗਿਆ ਸੀ। ਸੈਂਡੀ, ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਜਿਹੜੀਆਂ 4 ਰਾਤਾਂ ਵਿੱਚ ਲਿਬੜ ਜਾਂਦੀਆਂ ਨੇ। ਤੇਰੇ ਵਰਗੇ ਕਈ ਚਾਮ ਕੇ ਤੁਰੇ ਫਿਰਦੇ ਐ। ਔਰਤ ਨਹੀਂ, ਨਾਗਨ ਏ ਤੂੰ, ਨਾਗਨ, ਕਾਲੀ ਨਾਗਨ। ਤੈਨੂੰ ਵਸ ਕਰਨਾ ਮੇਰੇ ਵਰਗੇ ਨਾਦਾਨ ਸਪੇਰੇ ਦੇ ਵਸ ਦਾ ਰੋਗ ਨਹੀਂ। ਉਹ ਚੀਕਿਆ। ਦੁਨੀਆ ਦੀ ਹਰ ਔਰਤ ਨਾਗਨ ਏ ਤੇ ਮਰਦ ਸਪੇਰਾ। ਜੇ ਇਹ ਸਪੇਰਾ ਇਸ਼ਕ ਦੀ ਬੀਨ ਨਾ ਵਜਾਵੇ ਤਾਂ ਇਹ ਨਾਗਨ ਕਦੇ ਉਸਦੇ ਕਾਬੂ ਵਿੱਚ ਨਾ ਆਵੇ। ਮੇਰੀ ਇਕੱਲੀ ਦੀ ਗੱਲ ਨਹੀਂ ਹੈ। ਨਾਲੇ ਤੇਰੇ ਇਸ਼ਕ ਵਿੱਚ ਉਹ ਦਮ ਨਹੀਂ ਰਿਹਾ ਹੁਣ ਜਿਸ ਨਾਲ ਤੂੰ ਮੈਨੂੰ ਪਟਾਰੀ ਵਿੱਚ ਪਾ ਸਕੇ। ਆਖ ਕੇ ਮੈਂ ਹੱਸੀ। ਉਹ ਗੁੱਸੇ ਨਾਲ ਪੈਰ ਪਟਕਦਾ ਹੋਇਆ ਚਲਾ ਗਿਆ ਤੇ ਫਿਰ ਨਹੀਂ ਆਇਆ। ਦਰਅਸਲ ਮੈਨੂੰ ਉਹ ਮਰਦ ਬਹੁਤ ਬੁਰਾ ਲੱਗਦਾ ਹੈ ਜੋ ਕਿਸੇ ਔਰਤ, ਖਾਸ ਕਰਕੇ ਆਪਣੀ ਬੀਵੀ ਜਾਂ ਮਸ਼ੂਕ ਨੂੰ ਬੁਰੀ ਦੱਸਦਾ ਹੈ। ਕੰਬਖਤ, ਨਾਮੁਰਾਦ। ਔਰਤ ਵੀ ਕੋਈ ਭੰਡਣ ਵਾਲੀ ਚੀਜ਼ ਹੈ। ਗਰੀਬੀ ਕੀ ਵਿਗਾੜ ਲਵੇਗੀ ਕਿਸੇ ਦਾ। ਮਰਦ 100 ਜ਼ੁਲਮ ਸਤਮ ਵੀ ਕਰੇ ਤਾਂ ਉਸ ਦੀ ਕਦਮਬੋਸ਼ੀ ਕਰਨੀ ਨਹੀਂ ਛੱਡਦੀ। ਸੱਚ ਪੁੱਛੋ ਤਾਂ ਮੈਨੂੰ ਹਰ ਔਰਤ ਵਿੱਚੋਂ ਆਪਣੀ ਅੰਮੀ ਨਜ਼ਰ ਆਉਂਦੀ ਹੈ, ਹਰ ਮਰਦ ਵਿੱਚੋਂ ਆਪਣਾ ਬਾਪ। ਉਸ ਤੋਂ ਬਾਅਦ ਇੱਕ ਹੋਰ ਆਇਆ, ਪਾਕਿਸਤਾਨੀ। ਹੁਸੈਨ ਨਾਂ ਦਾ ਸੀ ਉਹ। ਉਸ ਨਾਲ ਵੀ ਮੇਰੀ ਚੰਗੀ ਦੋਸਤੀ ਰਹੀ। ਗੱਲ ਨਿਕਾਹ ਤੱਕ ਪਹੁੰਚ ਗਈ। ਮੇਰੇ ਹੀ ਧੰਦੇ ਵਾਲੀ ਮੇਰੀ ਇੱਕ ਸਹੇਲੀ ਇੱਕ ਵਾਰ ਬਿਮਾਰ ਸੀ ਤੇ ਹਸਪਤਾਲ ਵਿੱਚ ਦਾਖਲ ਸੀ। ਉਹ ਆਪਣੀ 5 ਕੁ ਸਾਲ ਦੀ ਫੁੱਲ ਵਰਗੀ ਬੱਚੀ ਨੂੰ ਮੇਰੇ ਕੋਲ ਛੱਡ ਗਈ। ਇੱਕ ਦਿਨ ਹੁਸੈਨ ਮੇਰੇ ਕੋਲ ਆਇਆ। ਬਹੁਤ ਦੇਰ ਤੱਕ ਬੱਚੀ ਨਾਲ ਪਿਆਰ ਕਰਦਾ ਰਿਹਾ। ਕਿੰਨੀ ਪਿਆਰੀ ਬੱਚੀ ਹੈ। ਮੈਂ ਆਪਦੇ ਭਰੇ ਗਿਲਾਸ ਮੇਜ਼ ਉੱਤੇ ਰੱਖਦੀ ਹੋਈ ਬੋਲੀ, ਹਾਂ, ਦੀ ਧੀ ਹੈ, ਵੱਡੀ ਹੋ ਕੇ ਵੀ ਬੜੀ ਕਮਾਲ ਦੀ ਬਣੇਗੀ। ਇਹ ਕਹਿ ਕੇ ਉਹ ਹੱਸਿਆ ਜਿਵੇਂ ਕਿਸੇ ਨੇ ਮੇਰੇ ਕਾਲਜੇ ਵਿੱਚ ਖੰਜਰ ਖੋਪ ਦਿੱਤਾ ਸੀ। ਗਲਾਸ ਮੇਰੇ ਹੱਥੋਂ ਛੁੱਟ ਕੇ ਜ਼ਮੀਨ ਤੇ ਡਿੱਗ ਗਿਆ। ਕੀ ਹੋਇਆ? ਉਹ ਭੱਜ ਕੇ ਮੇਰੇ ਕੋਲ ਆਇਆ। ਮੈਂ ਕਿਹਾ, ਤੂੰ ਇੱਥੋਂ ਚਲਾ ਜਾ, ਗੈਟ ਆਊਟ। ਮੈਂ ਉਸ ਨੂੰ ਧੱਕਾ ਮਾਰਿਆ ਪਰ ਉਹ ਬੜਾ ਢੀਠ ਸੀ, ਨਾ ਗਿਆ। ਮੈਂ ਉਸ ਨੂੰ ਬਿਸਤਰ ਵਿੱਚੋਂ ਬਾਹਰ ਸੁੱਟ ਦਿੱਤਾ। ਇਸੇ ਵਕਤ ਇੱਥੋਂ ਚਲਾ ਜਾ, ਵਰਨਾ ਪੁਲਿਸ ਬੁਲਾ ਲਵਾਂਗੀ। ਮੁੜ ਕੇ ਮੈਨੂੰ ਆਪਣੀ ਮਨਹੂਸ ਸ਼ਕਲ ਨਾ ਦਿਖਾਈ। ਦਰਵਾਜ਼ਾ ਖੋਲ੍ਹ ਕੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਉਹ ਚਲਾ ਗਿਆ ਤੇ ਮੁੜ ਕੇ ਮੈਨੂੰ ਦਿਖਾਈ ਨਾ ਦਿੱਤਾ। ਇੱਕ ਯਹੂਦੀ ਬੁੱਢਾ ਕਮਾਲ ਕਰ ਗਿਆ। ਮਰਦਾ ਹੋਇਆ ਆਪਣਾ ਮਕਾਨ ਮੇਰੇ ਨਾਲ ਲਵਾ ਗਿਆ। ਪਾਗਲ। ਇਹ ਮਕਾਨ ਉਸੇ ਦਾ ਹੀ ਹੈ ਤੇ ਇੱਕ ਬਾਵਰਚੀ ਖਾਨੇ ਦਾ ਚਮਚ ਵੀ ਮੈਂ ਆਪਣੇ ਕੋਲੋਂ ਨਹੀਂ ਖਰੀਦਿਆ। ਸਭ ਕੁਝ ਉਸੇ ਦਾ ਦਿੱਤਾ ਹੋਇਆ ਹੈ। ਸਿਰਫ ਯਹੂਦੀ ਬੁੱਢਾ ਹੀ ਨਹੀਂ, ਕਈ ਹੋਰ ਵੀ ਇਨਸਾਨ ਮੇਰੀ ਜ਼ਿੰਦਗੀ ਵਿੱਚ ਆਏ। ਇਹਨਾਂ ਵਿੱਚੋਂ ਇੱਕ ਸੀ ਪ੍ਰੋਫੈਸਰ ਖਾਨ। ਬਹੁਤ ਨਫੀਸ ਆਦਮੀ ਸੀ। ਬੀਵੀ ਬਹੁਤ ਹਸੀਨ ਸੀ ਉਸਦੀ। ਆਲਾ ਦਰਜੇ ਦੀ ਨੌਕਰੀ ਵੀ ਕਰਦੀ ਸੀ। ਉਸ ਨੂੰ ਮੇਰੀ ਆਵਾਜ਼ ਬਹੁਤ ਪਸੰਦ ਸੀ। ਗਜ਼ਲ ਕਹਿੰਦੀ ਤਾਂ ਔਸ਼ ਕਰ ਉੱਠਦਾ। ਐਸੀ ਆਵਾਜ਼ 'ਚ ਮੈਨੂੰ ਆਪਣੀ ਅੰਮੀ ਦੀ ਆਵਾਜ਼ ਸੁਣਾਈ ਦਿੰਦੀ। ਮੇਰੀ ਗਜ਼ਲ ਵਿੱਚ ਹੋਰ ਦਰਦ ਜਾਗ ਪੈਂਦਾ। ਮੌਤ ਮਕਬੂਲ ਗਜ਼ਲ ਗਾਇਕਾ ਬਣ ਸਕਦੀ ਹੈ ਤੂੰ, ਜੇ ਕੋਸ਼ਿਸ਼ ਕਰੇ ਤਾਂ ਬਹੁਤ ਸ਼ੋਹਰਤ ਮਿਲ ਸਕਦੀ ਹੈ। ਉਹ ਕਈ ਵਾਰ ਮਸ਼ਵਰਾ ਦਿੰਦਾ। ਸ਼ੋਹਰਤਾਂ ਤੇ ਰਸਵਾਈਆਂ ਕੋਈ ਜ਼ਿਆਦਾ ਫਰਕ ਨਹੀਂ ਹੈ ਖਾਨ ਸਾਹਿਬ। ਦੋਵੇਂ ਸਕੀਆਂ ਭੈਣਾਂ ਨੇ, ਇਕੱਠੀਆਂ ਹੀ ਆਉਂਦੀਆਂ ਨੇ। ਮੈਨੂੰ ਦੋਵਾਂ ਵਿੱਚ ਹੁਣ ਕੋਈ ਫਰਕ ਨਹੀਂ ਲੱਗਦਾ। ਇਸੇ ਤਰ੍ਹਾਂ ਕਈ ਦਫਾ ਕਈ ਆਏ ਜਿਨ੍ਹਾਂ ਕੋਲ ਨੋਟਾਂ ਦੀ ਗਰਮੀ ਤਾਂ ਸੀ ਪਰ ਜਜ਼ਬਾਤ ਦਾ ਨਿੱਘ ਨਹੀਂ। ਮੇਰੀ ਅੰਮੀ ਅਕਸਰ ਕਹਿੰਦੀ ਹੁੰਦੀ ਸੀ, ਔਰਤ ਅਤੇ ਪਾਣੀ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਸ ਵਿੱਚ ਘੁਲ ਗਈ ਉਹੋ ਜਿਹੀ ਹੋ ਗਈ। ਹਰ ਰੰਗ ਵਿੱਚ ਰੰਗ ਲੈਂਦੀ ਹੈ ਆਪਣੇ ਆਪ ਨੂੰ ਔਰਤ। ਪਰ ਮੇਰੇ ਤੇ ਕੋਈ ਵੀ ਰੰਗ ਨਾ ਚੜਿਆ, ਨਾ ਹੀ ਕਿਸੇ ਪਾਣੀ ਵਿੱਚ ਮੈਂ ਘੁਲ ਸਕੀ। ਹਾਂ, ਬਲਕਿ ਹਰ ਵਾਰ ਮੇਰੀ ਤਸਨਗੀ ਵੱਧਦੀ ਗਈ। ਸ਼ਾਇਦ ਮੈਨੂੰ ਪਾਣੀ ਦੀ ਨਹੀਂ, ਜ਼ਹਿਰ ਦੀ ਤਲਾਸ਼ ਏ। ਕੋਈ ਅਜਿਹਾ ਡੰਗ ਮਾਰੇ, ਮੁੜ ਕੇ ਜ਼ਹਿਰ ਨਾ ਮੰਗਾ। ਪਰ ਇੱਥੇ ਸੱਪਾਂ ਵਿੱਚ ਜ਼ਹਿਰ ਕਿੱਥੇ? ਮੈਂ ਕਈ ਨਾਗ ਪੁੱਛਾਂ ਤੋਂ ਫੜ ਕੇ ਘੁਮਾਏ। ਸਭ ਪਾਣੀ ਦੇ ਸੱਪ ਨਿਕਲੇ। ਕਿਸੇ ਵਿੱਚ ਇੰਨਾ ਜ਼ਹਿਰ ਨਹੀਂ ਸੀ ਕਿ ਮੈਨੂੰ ਡੰਗ ਮਾਰਦਾ। ਹਰ ਜੁਸਤਜੂ ਵਿੱਚ ਮੈਂ ਨਾਕਾਮਯਾਬ ਹੋਈ ਤੇ ਵਕਤ ਦੇ ਗਰਦੋ ਗਬਾਰ ਵਿੱਚ ਮੇਰੀਆਂ ਹਸਰਤਾਂ ਦੇ ਸਿਤਾਰੇ ਡੁੱਬਦੇ ਰਹੇ। ਕਹਾਵਤ ਹੈ ਨਾ, ਔਰਤ ਤੇ ਜ਼ਮੀਨ ਬੇਖਸਮੀਆਂ ਬੇਸ਼ੱਕ ਹੋਣ ਪਰ ਬੇਯਾਰ ਕਦੇ ਨਹੀਂ ਹੁੰਦੀਆਂ। ਕਈ ਵਾਰ ਹੱਸ ਪੈਂਦੀ ਹਾਂ ਮੈਂ ਇਹ ਜੁਮਲਾ ਸੋਚ ਕੇ, ਖਸਮ ਕੋਈ ਨਹੀਂ ਮਿਲਿਆ, ਚਾਮ ਕੇ ਬੜੇ ਮਿਲੇ। ਸ਼ੁਰੂ ਤੋਂ ਹੀ ਔਰਤਾਂ ਦੀ ਇਹੋ ਦੁਰਦਸ਼ਾ ਹੁੰਦੀ ਆਈ ਹੈ। ਫਰਗੀ ਅਤੇ ਦ੍ਰੋਪਦੀ ਮੈਨੂੰ ਇੱਕੋ ਜਿਹੀਆਂ ਲੱਗੀਆਂ ਵਿਚਾਰੀਆਂ। ਮਰਦ ਅੱਜ ਵੀ ਉੱਥੇ ਹੀ ਹੈ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਸੀ, ਜੰਗਲੀ, ਸਿਰਫ ਔਰਤਾਂ ਨਾਲ ਗਲਤ ਕਰਨ ਦੀ ਹੀ ਖੁਆਇਸ਼। ਫਿਰ ਮੈਂ ਕਿਸ ਗਿਣਤੀ ਵਿੱਚ ਆਉਣੀ ਹਾਂ? ਮੇਰੇ ਕਈ ਅਫਸਾਨੇ ਜ਼ਮਾਨੇ ਭਰ ਵਿੱਚ ਮਸ਼ਹੂਰ ਹੋਏ ਕਿ ਮੈਂ ਬਹੁਤ ਹਸੀਨ ਹਾਂ, ਬਹੁਤ ਰੇਸ਼ਮੀ ਹਾਂ। ਮੇਰੀਆਂ ਜ਼ੁਲਫਾਂ ਕਾਲੀਆਂ ਘਟਾਵਾਂ, ਮੇਰੀਆਂ ਅੱਖਾਂ ਵਿੱਚ ਹਜ਼ਾਰਾਂ ਝੀਲਾਂ ਦੀ ਗਹਿਰਾਈ ਏ, ਵਗੈਰਾ ਵਗੈਰਾ। ਪਰ ਕਦੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਇੱਕ ਸਮੁੰਦਰ ਵੀ ਹੈ, ਅਹਿਸਾਸ ਦਾ ਸਮੁੰਦਰ। ਤੇ ਉਹ ਸਮੁੰਦਰ ਦੀ ਅੱਗ ਤੱਕ ਕੋਈ ਨਹੀਂ ਪਹੁੰਚਿਆ। ਕਿਸੇ ਨੂੰ ਸੇਕ ਤੱਕ ਨਹੀਂ ਆਇਆ ਉਸ ਅੱਗ ਦਾ।
ਬੁਝਣੀ ਤਾਂ ਕਿਸ ਤੋਂ ਸੀ। ਗੋਸ਼ਤ ਨੂੰ ਨੋਚਣ ਵਾਲੇ ਬਹੁਤ ਮਿਲੇ, ਪਰ ਰੂਹ ਤੇ ਝਰੀਟ ਨਾ ਪਾ ਸਕਿਆ। ਬਹੁਤ ਲੰਮੀ ਦਾਸਤਾਨ ਹੈ ਮੇਰੇ ਜ਼ਖਮਾਂ ਦੀ, ਰਾਤ ਮੁੱਕ ਜਾਵੇਗੀ, ਕਹਾਣੀ ਨਹੀਂ ਖਤਮ ਹੋਣੀ। ਆਖ ਕੇ ਉਸਨੇ ਉਬਾਸੀ ਲਈ। ਹੁਣ ਤੂੰ ਕੀ ਨਾਂ ਰੱਖੇਂਗੀ ਮੇਰੇ ਅਫਸਾਨੇ ਦਾ, ਕਹਿ ਕੇ ਉਹ ਇੱਕਦਮ ਚੁੱਪ ਹੋ ਗਈ। ਮੈਂ ਜਿਵੇਂ ਨੀਂਦ ਵਿੱਚੋਂ ਜਾਗੀ, ਦੇਖਿਆ ਵਾਈਨ ਦੀ ਪੂਰੀ ਬੋਤਲ ਖਾਲੀ ਸੀ ਤੇ ਸਿਗਰਟ ਦੀ ਡੱਬੀ ਵੀ ਮੇਜ਼ ਥੱਲੇ ਸੁੱਟੀ ਪਈ ਸੀ। ਹਿੰਦੂ ਧਰਮ ਵਿੱਚ ਗੀਤਾ ਦਾ ਸੰਦੇਸ਼ ਹੈ ਕਿ ਰੂਹ ਅਮਰ ਹੈ, ਸਰੀਰ ਤਾਂ ਚੋਲਾ ਹੈ। ਕੱਪੜਿਆਂ ਵਾਂਗ ਇਨਸਾਨ ਇਸ ਨੂੰ ਬਦਲਦਾ ਹੈ। ਤੂੰ ਤਾਂ ਖੁਦ ਹੀ ਦੱਸਿਆ ਹੈ ਕਿ ਤੇਰੀ ਰੂਹ ਨੂੰ ਕਿਸੇ ਨੇ ਨਹੀਂ ਛੂਹਿਆ, ਸਿਰਫ ਬਦਨ ਹੀ ਛਲਣੀ ਹੈ। ਬਦਨ ਤਾਂ ਰੋਜ਼ ਹੀ ਛਲਣੀ ਹੁੰਦੇ ਨੇ ਤਾਇਬਾ, ਰੂਹ ਤੇ ਝਰੀਟਾਂ ਕਿਸਮਤ ਨਾਲ ਹੀ ਪੈਂਦੀਆਂ ਨੇ। ਮੈਂ ਡੂੰਘਾ ਹੌਕਾ ਲਿਆ। ਮੈਂ ਦੇਖਿਆ ਮੇਰਾ ਜਵਾਬ ਸੁਣ ਕੇ ਉਸ ਦੀਆਂ ਸਾਵਲੀਆਂ ਗੱਲਾਂ ਤੇ ਦੋ ਮੋਤੀ ਆ ਗਿਰੇ, ਜੋ ਸ਼ਾਇਦ ਉਸਨੇ ਆਪਣੀ ਕਹਾਣੀ ਵੇਲੇ ਪੂਰਾ ਸਮਾਂ ਅੱਖਾਂ ਦੇ ਕਿਸੇ ਕੋਨੇ ਵਿੱਚ ਡੱਕੀ ਰੱਖੇ ਸਨ।